ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਕੀ ਵਾਰ, ਰਾਏ ਬਲਵੰਡੈ ਤਥਾ ਸਤੈ ਡੂਮ ਆਖੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾਦਰ ਕਰੇ, ਕਿਉ ਬੋਲ ਹੋਵੈ ਜੋ ਕੀਮਦੈ। ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। ਨਾਨਕ ਰਾਜ ਚਲਾਇਆ ਸੱਚ, ਕੋਟ ਸਤਾਣੀ ਨੀਵ ਦੈ। ਲਹਿਣੇ ਧਰਿਓਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦੈ। ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾਕੁਇ ਜੀਅਦੈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦੈ। ਸਹਿ ਟਿੱਕਾ ਦਿੱਤੋ ਸਜੀਵਦੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪਾਵਨ ਬਾਣੀ ਜੋ ਰਾਮ ਕਲੀ ਕੀ ਤੀਜੀ ਵਾਰ ਹੈ, ਅੰਗ 966। ਰਾਮ ਕਲੀ ਕੀ ਤੀਜੀ ਵਾਰ ਸੱਤੇ ਬਲਵੰਡੇ ਦੀ ਹੈ। ਸੋ ਇਸ ਤਰ੍ਹਾਂ ਸੱਤੇ ਬਲਵੰਡੇ ਦੀ ਵਾਰ ਦੀ ਉਥਾਨ ਕਾ ਜੋ ਹੈ ਸਾਧ ਸੰਗਤ ਸੰਪਰਦਾ ਦੇ ਮੁਤਾਬਕ ਪਿੱਛੋਂ ਹੀ ਚਲੀ ਆ ਰਹੀ। ਜਿਸ ਤਰ੍ਹਾਂ ਉਥਾਨਕ ਹੈ, ਇਹ ਸੱਤਾ ਤੇ ਬਲਵੰਡ ਦੋਵੇਂ ਸਕੇ ਭਰਾ, ਪੂਰਬ ਦੇਸ਼ ਦੇ ਰਹਿਣ ਵਾਲੇ, ਅੰਜਾਤ ਦੇ ਮਰਾਸੀ ਸਨ। ਬਲਵੰਡ ਵੱਡਾ ਸੀ ਅਤੇ ਸੱਤਾ ਉਸਦਾ ਛੋਟਾ ਭਰਾ ਸੀ। ਭਾਵੇਂ ਰਾਗ ਵਿਦਿਆ ਦੇ ਬੜੇ ਧਨੀ ਸਨ, ਪਰ ਤਕਦੀਰ ਅੱਗੇ ਤਦਬੀਰ ਕੁਝ ਨਹੀਂ ਕਰ ਸਕਦੀ। ਗਰੀਬੀ ਨੇ ਬੜੇ ਦਬਾਏ ਹੋਏ ਸਨ। ਆਪਣੇ ਰੁਜ਼ਗਾਰ ਵਾਸਤੇ ਦੇਸ਼ ਦੇ ਸੰਤਰਾਂ ਵਿੱਚ ਵੀ ਫਿਰੇ, ਪਰ ਗਰੀਬੀ ਵਾਲੀ ਪ੍ਰਾਰਬਧ ਹੋਣ ਕਰਕੇ ਕੋਈ ਸਹਾਰਾ ਨਾ ਮਿਲਿਆ। ਜਿਸ ਵੇਲੇ ਇਹਨਾਂ ਦੋਹਾਂ ਨੇ ਤਕਦੀਰਾਂ ਦੇ ਬਦਲਣ ਵਾਲੇ ਸਤਿਗੁਰਾਂ ਦੀ ਸਿਫਤ ਸੁਣੀ, ਤਾਂ ਸੱਤਾ ਉਸੇ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਕੇ ਪੰਚਮ ਪਾਤਸ਼ਾਹੀ ਦੇ ਪਾਸ ਆ ਕੇ ਬੜੀ ਨਿਮਰਤਾ ਸਹਿਤ ਬੇਨਤੀਆਂ ਕਰਨ ਲੱਗ ਪਿਆ। ਇਹ ਗਰੀਬ ਨਵਾਜ, ਆਪ ਜੀ ਤੋਂ ਬਿਨਾਂ ਸਾਨੂੰ ਹੋਰ ਕੋਈ ਆਸਰਾ ਨਹੀਂ ਹੈ, ਆਪ ਸਾਡੀ ਰੱਖਿਆ ਕਰੋ। ਤਦ ਸਤਿਗੁਰਾਂ ਨੇ ਬੜੇ ਸਤਿਕਾਰ ਕੀਤਾ ਤੇ ਪੁੱਛਿਆ, ਕੀ ਕੰਮ ਕਰਦੇ ਹੋ? ਕਹਿਣ ਲੱਗੇ, ਅਸੀਂ ਅਰਬਾਬੀ ਹੁੰਦੇ ਹਾਂ ਜੀ। ਕਈ ਪੁਸ਼ਤਾਂ ਤੋਂ ਲੈ ਕੇ ਰਾਗ ਕਰਨ ਦਾ ਖਾਨਦਾਨੀ ਪੇਸ਼ਾ ਸਾਡਾ। ਮਹਾਰਾਜ ਨੇ ਬਚਨ ਕੀਤਾ, ਚਲੋ ਸਾਡੇ ਪਾਸ ਠਹਿਰ ਕੇ ਗੁਰਬਾਣੀ ਨੂੰ ਤੁਸੀਂ ਪਿਆਰ ਸਤਿਕਾਰ ਨਾਲ ਕੀਰਤਨ ਦੁਆਰਾ ਸੰਗਤ ਨੂੰ ਸੁਣਾਓ। ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ 'ਚੋਂ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ। ਮਹਾਰਾਜ ਦਾ ਬਚਨ ਸੁਣ ਕੇ ਸੱਤਾ ਸਤਿਗੁਰਾਂ ਦੇ ਪਾਸ ਹੀ ਠਹਿਰ ਗਿਆ।
ਹਜ਼ੂਰ ਨੇ ਭਾਈ ਸਾਲੋ ਦੀ ਧਰਮਸ਼ਾਲਾ ਦੇ ਪਾਸ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ। ਉਧਰ ਸੱਤੇ ਦਾ ਵੱਡਾ ਭਰਾ ਬਲਵੰਡ ਕਈ ਸ਼ਹਿਰਾਂ ਵਿੱਚ ਫਿਰਿਆ, ਪਰ ਕਿਤੇ ਵੀ ਉਸ ਦਾ ਕੰਮ ਨਾ ਚੱਲਿਆ। ਤਾਂ ਇਹ ਵੀ ਆਪਣੇ ਭਰਾ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਕੇ ਪੰਚਮ ਪਾਤਸ਼ਾਹ ਸਤਿਗੁਰੂ ਦੀ ਹਜ਼ੂਰੀ ਵਿੱਚ ਬੜੀ ਨਿਮਰਤਾ ਨਾਲ ਉਸਤਤ ਕਰਦਾ ਹੋਇਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਉਂ ਲਿਖਦੇ ਉਹਨਾਂ ਬਾਰੇ ਕਵਿਤ, ਆਇਓ ਨੇ ਜੇ ਦੁਆਰੇ ਦਇਆ ਕਲਪ ਤਰ ਥਾਰੇ ਭਾਰੇ, ਬਿਰਦ ਬਿਲੰਦ ਦੀਨ ਦਰਦ ਬਿਦਾਰੇ ਹੋ, द्रौपदी उधारी गज ग्राह ते छुटारी, भीर राक्षन मारी वैरी देवन निहारे हो, प्रहलाद मोचन बिलोचन सुपुंडरीक, पोच बल मीक जस सोच की उचारो हो, घन का गिनी है कौन तीर्थ पर से आई, जैसे ये उधारे तैसे मोहे को उधारे हो। तो इस तरीके नाल जैसे गन का गिनी है कौन तीर्थ परस आई, जैसे ये उधारे तैसे मोहे को उधारो हो। सो ये साध संगत गुरप्रताप सूरज ग्रंथी रास तीसरी विच अंसू 43वां है। तो इस प्रकार की बेनती सुन के पंचम पातशाह जी ने सतगुरु महाराज ने प्रसन्न होकर कहा, कहते तू भी अपने भरा के पास रह के संगतां नूं कीर्तन द्वारा निहाल करया कर, प्रसन्न करया कर, खुशियां लै संगतां दीयां भाई, तैनूं भी किसी गल का घाटा नहीं रहेगा, क्योंकि तुहानूं शुरू तो ही गुरु घर नाल सांझ चली ही तुहाडी। पहले पातशाह जी के पास भाई मरदाना कीर्तन करदा हुंदा सी, दूजे पातशाह जी नूं भाई दाना राग द्वारे कीर्तन सुनाया करदा सी, तीजे ते चौथे पातशाह जी पास भाई दाला ये रबाबी कीर्तन करदा हुंदा सी। हुण तुसीं साडे पास आ गए हो, किसी प्रकार की चिंता ना करो, प्रसन्न हो के गुरबाणी का रस भिन्ना कीर्तन करया करो। सो महाराज जी तो ये बचन सुन के पंजवें पातशाह तो दोवें भरा बड़े प्रसन्न होए। जदों इन्हां ने मिल के इकट्ठियां संगत नूं मनोहर कीर्तन गुरबाणी का सुनाउणा, तां संगत वल्लों माया बहुत भारी माया दे गप्फे इन्हां नूं प्राप्त होण लग पे। बरसातां हुंदियां सी मान लो माया दीयां, ਅਤੇ ਜਿਉਂ-ਜਿਉਂ ਸੰਗਤ ਪ੍ਰਸ਼ੰਸਾ ਕਰਦੀ ਹੋਈ ਤਿਉਂ-ਤਿਉਂ ਇਹਨਾਂ ਦੇ ਅੰਦਰ ਮਾਣ ਆਉਣਾ ਸ਼ੁਰੂ ਹੋ ਗਿਆ। ਸਾਧ ਸੰਗਤ ਸੋਤੇ ਸਿੱਧੀ ਹੈ, ਹੁਣ ਕੀ ਕਰੀਏ, ਹਉਮੈ ਰੋਗ ਮਾਨੁਖ ਕੋ ਦੀਨਾ। ਜਿਵੇਂ ਬਚਨ ਆਇਆ ਨਾ, ਆਸ ਕੋ ਜਨਮਿਓ ਭਵ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਇਹੋ ਜਿਹਾ ਕਿਹੜਾ ਜਨਮਿਆ ਬਈ ਸੰਸਾਰ ਵਿੱਚ ਜਿਹਨੂੰ ਪ੍ਰਭਤਾ ਪਾ ਕੇ ਹੰਕਾਰ ਨਾ ਹੁੰਦਾ ਹੋਵੇ। ਸਾਧ ਸੰਗਤ ਜੀ, ਵਡਿਆਈ ਸਾਹਮਣੀ ਬਹੁਤ ਔਖੀ ਹੈ। ਬੜੇ ਬੜੇ ਵਿਦਵਾਨ ਸੱਜਣ, ਬੜੇ ਬੜੇ ਮਹਾਤਮਾ ਤਕੜੀ ਅਵਸਥਾ ਤੱਕ ਵੀ ਚਲੇ ਜਾਂਦੇ ਨੇ, ਪਰ ਮਾਣ ਨਹੀਂ ਸਾਂਭਿਆ ਜਾਂਦਾ। ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਕਾਏ। ਵੱਡੇ ਵੱਡੇ ਜਿੰਨੇ ਵੀ ਸੰਸਾਰ ਅੰਦਰ, ਚਾਹੇ ਉਹ ਤਿੰਨੇ ਦੇਵਤੇ ਵੱਡੇ ਹੋਏ ਨੇ, ਉਹਨਾਂ ਨੂੰ ਵੀ ਮਾਣ ਨਹੀਂ ਖਾ ਲਿਆ। 33 ਕਰੋੜ ਦੇਵਤਿਆਂ ਵਿੱਚ ਵੀ ਇਹੀ ਚੀਜ਼ ਚੱਲੀ, ਬਹੁਤ ਸਾਰਿਆਂ ਵਿੱਚ ਇਹ ਚੀਜ਼ ਚੱਲੀ, ਕਿੰਨਿਆਂ ਦੀ ਗਿਣਤੀ ਕਰੀਏ। ਮਹਾਰਾਜ ਨੇ ਪ੍ਰਸੰਨ ਹੋ ਕੇ ਬਲਵੰਡ ਨੂੰ ਰਾਏ ਦਾ ਖਿਤਾਬ ਬਖਸ਼ ਦਿੱਤਾ। ਜਦੋਂ ਬੀਤਦਾ ਗਿਆ ਸਮਾਂ, ਇੱਕ ਇਹਨਾਂ ਦੀ ਪੁੱਤਰੀ ਦੇ ਸਮਾਨ ਛੋਟੀ ਭੈਣ ਸੀ, ਉਸ ਦੇ ਨਿਕਾਹ ਜਾਂ ਵਿਆਹ ਵਾਸਤੇ ਇਹਨਾਂ ਨੇ ਵਿਚਾਰ ਕੀਤੀ ਕਿ ਅਸੀਂ ਪੰਚਮ ਪਾਤਸ਼ਾਹ ਜੀ ਦੇ ਕੀਰਤਨੀ ਹਾਂ, ਜਿਨ੍ਹਾਂ ਦੇ ਚਰਨਾਂ 'ਤੇ ਲੱਖਾਂ ਹੀ ਪ੍ਰੇਮੀ ਨਿਆਉਂਦੇ ਨੇ। ਜੇ ਅਸੀਂ ਆਪਣੀ ਭੈਣ ਦਾ ਵਿਆਹ ਚੰਗੀ ਤਰ੍ਹਾਂ ਸੋਹਣੇ ਢੰਗ ਨਾਲ ਨਾ ਕੀਤਾ ਤਾਂ ਫਿਰ ਸੰਗਤਾਂ ਵਿੱਚ ਸਾਡੀ ਇੱਜ਼ਤ ਕਿਵੇਂ ਰਹੇਗੀ। ਪਰ ਇੰਨਾ ਜਿਹੜਾ ਧਨ ਦੌਲਤ ਪਦਾਰਥ ਹੈ ਸਾਡੇ ਕੋਲ ਹੈ ਨਹੀਂ ਜੋ ਭੈਣ ਦਾ ਨਿਕਾਹ ਬੜੇ ਠਾਠ ਬਾਠ ਨਾਲ ਕਰੀਏ।
ਅਖੀਰ ਨੂੰ ਸੋਚ ਵਿਚਾਰ ਕਰਦਿਆਂ ਇਹ ਵਿਚਾਰ ਫੁਰੀ ਪਈ, ਪੰਜਵੇਂ ਪਾਤਸ਼ਾਹ ਜੀ ਪਾਸੋਂ ਧਨ ਮੰਗ ਲਈਏ, ਉੱਥੇ ਕੀ ਘੱਟ ਹੈ, ਦੇਣਗੇ ਮਹਾਰਾਜ ਜੀ। ਇਸ ਤਰ੍ਹਾਂ ਰਾਗ ਰਾਗਨੀ ਕਰ ਅਨੁਰਾਗੇ, ਗਾਵੈ ਸੁੰਦਰ ਸਭ ਸੁਖ ਲੱਗ ਸ਼ੁਭ ਲਾਗੇ, ਸਿੱਖ ਸਰਾਹਨ ਕਰਹਿ ਸੁਨੰਤੇ, ਤਿਉਂ ਤਿਉਂ ਸੋ ਅਹੰਕਾਰ ਕਰੰਤੇ। ਫਿਰ ਹੰਕਾਰ ਵੱਧ ਗਿਆ। ਸੋ ਇਸ ਕਰਕੇ ਇਸ ਬਿਧ ਕੇਤਕ ਕਾਲ ਬਿਤਾਇਓ, ਦਿਨ ਪ੍ਰਤ ਉਰ ਹੰਕਾਰ ਵਧਾਇਓ, ਕਿਰਪਾ ਸਿੰਧ ਨੇ ਤਿਨ ਗਤ ਜਾਨੀ, ਹੋਛੇ ਡੂਮ ਜਾਤ ਭਏ ਮਾਨੀ। ਆਦਿ ਅੰਤ ਕੀ ਦਸ਼ਾ ਵਿਸਾਰੀ, ਹਮ ਵਿਦਿਆ ਬੜ ਭੇ ਹੰਕਾਰੀ। ਬਈ ਬੜਿਆ ਬਹੁਤ ਵਿਦਿਆ ਆ ਗਈ। ਬੇਸ਼ੱਕ ਵਿਦਿਆ ਤਾਂ ਕਿਤਾਬਾਂ 'ਚ ਲਿਖੀ, ਸਿਆਣਿਆਂ ਨੇ ਪਹਿਲਾਂ ਦੀ ਲਿਖੀ ਹੁੰਦੀ, ਕਈ ਉਹਨੂੰ ਕੰਠ ਕਰਕੇ ਹੀ ਹੰਕਾਰ ਕਰ ਜਾਂਦੇ। ਜਿਹਨੇ ਲਿਖੀ ਆ ਉਹਨੂੰ ਸਭ ਕਾ ਹੰਕਾਰ ਨਹੀਂ ਹੁੰਦਾ, ਜਿਹਨੇ ਮਾੜੀ ਜਿਹੀ ਯਾਦ ਕਰ ਲਈ ਉਹਨੂੰ ਹੰਕਾਰ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗਰੀਬ ਨਵਾਜ ਨਾ ਜਾਨਾ, ਮਹਾਰਾਜ ਨੂੰ ਗਾਏ ਨੇਕ ਹਮ ਭਏ ਮਹਾਨਾ। ਕਿੱਥੇ ਰੁਲਦੇ ਫਿਰਦੇ ਸੀ, ਰੋਟੀ ਮੂੰਹ 'ਚ ਨਹੀਂ ਸੀ ਪੈਂਦੀ। ਹੁਣ ਵੀ ਬੜੇ ਦੇਖਦੇ ਆ, ਜਮਾਂ ਬੁਰੀ ਹਾਲਤ ਹੁੰਦੀ ਹੈ, ਬਸ ਰੋਟੀ ਮੂੰਹ 'ਚ ਪੈਣ ਦੀ ਦੇਰ ਹੈ। ਕੱਪੜੇ ਚਾਰ ਸੋਹਣੇ ਕਾਹਦੇ ਮਿਲ ਜਾਂਦੇ ਨੇ, ਸਿਰ 'ਚ ਗਲੀਆਂ ਕਰ ਲਾਂਦੇ ਫਿਰ ਆ ਕੇ। ਹੰਕਾਰ ਤੇ ਕੁਛ ਸਮੇਂ ਬਿਤਾਵਾ, ਭਗਨੀ ਕੋ ਸੋ ਵਿਆਹ ਤਬ ਆਵਾ। ਯੁਗ ਭਰਾਤਾ ਸਤਿਗੁਰ ਡਿਗ ਆਏ, ਮੁਖਤੇ ਕਰਤ ਸੁਜਸ ਕੋ ਭਏ। ਦੁਬਾਰਾ ਪੜ੍ਹਦਾ। ਯੁਗ ਭਰਾਤਾ ਸਤਿਗੁਰ ਡਿਗ ਗਏ, ਮੁਖਤੇ ਕਰਤ ਸੁਜਸ ਕੋ ਭਏ। ਸੋ ਦੋਵਾਂ ਨੇ ਮਹਾਰਾਜ ਦੇ ਪਾਸ ਪਹੁੰਚ ਕੇ ਹੱਥ ਜੋੜ ਕੇ ਅਰਜ਼ੋਈ ਕੀਤੀ, ਮਹਾਰਾਜ ਜੀ ਸਾਡਾ ਕਾਰਜ ਕਰੋ ਜੀ, ਵਿਆਹ ਵਾਸਤੇ ਸਾਡੇ ਪਾਸ ਖਰਚ ਨਹੀਂ ਹੈ, ਇਸ ਦੀ ਆਪ ਨੂੰ ਹੀ ਲਾਜ ਹੈ, ਕਿਉਂਕਿ ਅਸੀਂ ਆਪਦੇ ਰਬਾਬੀ ਹਾਂ। ਮਹਾਰਾਜ ਨੇ ਕਿਹਾ ਕੀ ਚਾਹੁੰਦੇ ਹੋ, ਜਿਤਨਾ ਆਖਦੇ ਹੋ ਤੁਹਾਨੂੰ ਗੁਰੂ ਘਰ ਵਿੱਚੋਂ ਦਵਾ ਦਿੰਦੇ ਹਾਂ। ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਇਹਨਾਂ ਨੇ ਮਨ ਵਿੱਚ ਵਿਚਾਰ ਕੀਤੀ, ਜੇ ਅਸੀਂ ਮੂੰਹੋਂ ਮੰਗ ਕੇ ਲਿਆ ਤਾਂ ਸ਼ਾਇਦ ਇਤਨਾ ਧੰਨ ਸਤਿਗੁਰੂ ਮਹਾਰਾਜ ਦੇਣ ਜਾਂ ਨਾ ਦੇਣ। ਕਿਉਂ ਨਾ ਹੋਵੇ ਵਿਸਾਖੀ ਵਾਲੇ ਦਿਨ ਸਾਰੀ ਭੇਟਾ ਮੰਗ ਲਈ ਉਸ ਦਿਨ ਦੀ, ਵੀ ਆਹ ਇਹ ਸਾਰੀ ਭੇਟਾ ਦੇ ਦਿਓ। ਸੋ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਵਿਸਾਖੀ ਦਾ ਪੁਰਬ ਪਰਸੋਂ ਆ ਰਿਹਾ, ਉਸ ਦਿਨ ਦੀ ਸਾਰੀ ਭੇਟਾ ਸਾਨੂੰ ਬਖਸ਼ ਦਿਓ, ਸਾਡਾ ਕਾਰਜ ਹੋ ਜਾਏਗਾ। ਅੰਦਰ ਦੀ ਜਾਣਨ ਵਾਲੇ ਸਤਿਗੁਰਾਂ ਨੇ ਇਹਨਾਂ ਦੇ ਦਿਲ ਦੀ ਖੋਟ ਜਾਣ ਕੇ ਕਿਹਾ, ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ ਸਾਡੇ ਨਾਲ, ਐਵੇਂ ਜਿਵੇਂ ਠੇਕਾ ਕਰਦੇ ਹੁੰਦੇ ਆ। ਕਦੇ ਤਾਂ ਸੰਗਤ ਬਹੁਤੀ ਆ ਜਾਂਦੀ, ਕਦੇ ਭੇਟਾ ਵੱਧ ਆ ਜਾਂਦੀ, ਕਦੇ ਸੰਗਤ ਦੇ ਘੱਟ ਆਉਣ ਕਰਕੇ ਭੇਟਾ ਥੋੜ੍ਹੀ ਹੁੰਦੀ। ਤੁਹਾਨੂੰ ਜਿੰਨੀ ਲੋੜ ਆ ਤੁਸੀਂ ਵੈਸੇ ਹੀ ਲੈ ਲਓ। ਪਰ ਇਹ ਆਪਣੇ ਹੱਠ 'ਤੇ ਅੜੇ ਰਹੇ ਕਿ ਮਹਾਰਾਜ ਸਾਨੂੰ ਵਿਸਾਖੀ ਵਾਲੇ ਦਿਨ ਦੀ ਭੇਟਾ ਹੀ ਦਿਓ। ਸੋ ਹੰਕਾਰ ਨੂੰ ਕੱਟਣ ਵਾਲੇ ਸਤਿਗੁਰਾਂ ਨੇ ਪ੍ਰਵਾਨ ਕਰ ਲਿਆ ਇਹਨਾਂ ਦਾ ਬਚਨ। ਪਰ ਵਿਸਾਖੀ ਵਾਲੇ ਦਿਨ ਕੇਵਲ 100 ਰੁਪਈਆ ਹੀ ਭੇਟਾ ਆਇਆ। ਉਹ ਇਸ ਕਰਕੇ ਵੀ ਉਦੋਂ ਬਰਸਾਤ ਹੋ ਗਈ ਬਹੁਤ, ਲੱਗ ਲੱਗ ਪਾਣੀ ਖੜ੍ਹ ਗਿਆ, ਸੰਗਤ ਆ ਨਹੀਂ ਸਕੀ, ਮਸਾਂ ਹੀ 100 ਰੁਪਈਆ ਆਇਆ। ਸ਼ਾਮ ਨੂੰ ਸਾਰਾ ਇਕੱਠਾ ਕਰਕੇ ਸਤਿਗੁਰਾਂ ਨੇ ਦੋਹਾਂ ਭਰਾਵਾਂ ਨੂੰ ਪਾਸ ਬੁਲਾ ਕੇ ਕਿਹਾ ਲੈ ਜਾਓ। ਪਰ 100 ਰੁਪਈਆ ਸੁਣ ਕੇ ਇਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਆਪ ਸਾਡੇ ਨਾਲ ਮੁਖਾਲ ਕਰ ਦਿਓ। 1000 ਰੁਪਏ ਨਾਲ ਵਿਆਹ ਮਸਾਂ ਹੋਣਾ ਅਤੇ ਆਪ 100 ਦਿੰਦੇ ਹੋ। ਗੁਰੂ ਸਾਹਿਬ ਜੀ ਬੋਲੇ, ਤੁਸੀਂ ਆਪ ਹੀ ਵਿਸਾਖੀ ਦੀ ਭੇਟਾ ਮੰਗੀ ਆ, ਅਸੀਂ ਤਾਂ ਕਿਹਾ ਸੀ ਇਸ ਤਰ੍ਹਾਂ ਨਾ ਕਰੋ, ਪਰ ਤੁਹਾਡੀ ਪ੍ਰਾਰਬਧੀ ਐਸੀ, ਕੀ ਕਰੀਏ। ਇਹ ਸੁਣ ਕੇ ਕਹਿਣ ਲੱਗੇ, ਤੁਸਾਂ ਨੇ ਸੰਗਤ ਨੂੰ ਮਾਇਆ ਚੜਾਉਣ ਤੋਂ ਰੋਕ ਦਿੱਤਾ, ਕਦੇ ਕਹਿਣ ਜਾਣ ਕੇ ਮੀਂਹ ਪਾਤਾ ਕਿ ਅੱਜ ਭੇਟਾ ਮਰਾਸੀ ਨੂੰ ਦੇਣੀ ਹੈ, ਇਸ ਵਾਸਤੇ ਥੋੜ੍ਹੀ ਰੱਖਿਓ। ਜਿਹੋ ਜਿਹਾ ਬੰਦਾ ਅੰਦਰੋਂ ਆਪ ਮੈਲਾ ਹੁੰਦਾ ਨਾ ਸਾਧ ਸੰਗਤ, ਉਹ ਦੂਜੇ ਨੂੰ ਵੀ ਮੈਲਾ ਹੀ ਸਮਝਦਾ ਹੁੰਦਾ। ਜਿਹੇ ਜਿਹੇ ਆਪ ਫੇਰਿਆਂ ਫੇਰੀਆਂ ਅੱਜ ਕੱਲ੍ਹ ਵੀ ਲੋਕ ਐਂ ਕਰਦੇ ਆ, ਜਿਹੇ ਜਿਹੇ ਆਪ ਹੁੰਦੇ ਨੇ ਉਹ ਅਜੇ ਦੂਜੇ ਨੂੰ
ਸੋਚ ਲੈਂਦੇ ਨੇ ਵੀ ਹੈ ਜੀ ਹੋਣਾ ਸਾਡੇ ਵਰਗਾ ਹੀ। ਮਹਾਰਾਜ ਕਹਿਣ ਲੱਗੇ ਬਹੁਤੇ ਸੰਕਲਪਾਂ ਵਿਕਲਪਾਂ ਵਿੱਚ ਮਨ ਨਾ ਪਾਓ, ਇਹ 100 ਰੁਪਈਆ ਲੈ ਜਾਓ, ਹੋਰ ਜਿੰਨਾ ਕਹੋਗੇ ਦੇ ਦਿਆਂਗੇ, ਤੁਸੀਂ ਸਦਾ ਹੀ ਗੁਰੂ ਘਰ 'ਚੋਂ ਲੈਣਾ। ਜਦ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਕਿਹਾ ਤਾਂ 100 ਰੁਪਈਆ ਫੜ ਲਿਆ, ਪਰ ਨਾਰਾਜ਼ ਹੋ ਕੇ ਗੁਰੂ ਸਾਹਿਬ ਦੀ ਨਿੰਦਾ ਚਲੇ ਗਏ ਘਰ ਨੂੰ। ਸਭ ਦਿਨ ਕੀ ਪੂਜਾ ਗਿਨ ਜਬੈ, ਭਇਓ ਰਜਤਪਨ 100 ਤਬੈ। ਰਜਤ ਹੁੰਦੀ ਚਾਂਦੀ, ਰਜਤਪਨ ਹੁੰਦਾ ਚਾਂਦੀ ਦਾ ਰੁਪਈਆ। ਦਹੂ ਪ੍ਰਾਤ ਕੋ ਸਗਰੋ ਦੀਨ, ਗਰਬੇ ਮੂੜ ਨਹੀਂ ਤਬ ਲੀਨ। दिए बघाए गुरु के आगे, हम सो करन मश्करी लागे। क्या हम लैके ब्याहिर चावें, धन भाव करते क्यों ना देवावै। सुनत सतगुरु धीरज दीन, पूर है श्री नानक इछ कीन। लेहो धन इतो निर्बाहोकार, ਕਰਤ ਕੀਰਤਨ ਲਹੋ ਉਦਾਰ। ਸਤਿਗੁਰ ਕਰਤੇ ਨਿਤ ਤੁਮ ਲੈਨਾ, ਏਕ ਬਾਰ ਨਹਿ ਕੀਨਸ ਦੇਨਾ। ਸਦਾ ਤੁਮਾਰੀ ਸਾਂਝ ਹਮਾਰੇ, ਨਹਿ ਫੇਰ ਹੋਲੀ ਜੋਇ ਪਿਆਰੇ। ਬਹੁਤ ਨਮਰਤਾ ਕਰ ਗੁਰ ਕਹਿਓ, ਤਬ ਸਭ ਦਰਬ ਹਾਥ ਨਿਜ ਗਹਿਓ। ਲੈ ਗਮ ਨੇ ਮਤ ਮੰਦ ਨਿਕੇਤ, ਬੋਲਤ ਭੇ ਗੁਰ ਨਿੰਦ ਸਮੇਤ। ਕਿ ਅੱਜ ਤੋਂ ਬਾਅਦ ਅਸਾਂ ਨੇ ਗੁਰੂ ਦਰਬਾਰ ਵਿੱਚ ਕੀਰਤਨ ਨਹੀਂ ਕਰਨਾ। ਅਸੀਂ ਹਰ ਰੋਜ਼ ਸੰਗਤਾਂ ਨੂੰ ਕੀਰਤਨ ਸੁਣਾਉਂਦੇ ਸੀ, ਪਰ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਆਪ ਨੇ। ਸਤਿਗੁਰਾਂ ਦੇ ਪਾਸ ਕੀਰਤਨ ਕਰਕੇ ਅਸੀਂ ਕੀ ਲੈ ਲਿਆ। ਇਸ ਤਰ੍ਹਾਂ ਦੇ ਬਚਨ ਬੋਲਦੇ ਹੋਏ ਸਾਧ ਸੰਗਤ ਘਰ ਚਲੇ ਗਏ, ਪਰ ਦੂਸਰੇ ਦਿਨ ਕੀਰਤਨ ਕਰਨ ਵਾਸਤੇ ਹੀ ਨਾ ਆਏ। ਕੀਰਤਨ ਦੇ ਰਸੀਏ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ, ਰਬਾਬੀ ਨਹੀਂ ਆਏ, ਜਾਂ ਘਰੋਂ ਬੁਲਾ ਕੇ ਲਿਆਓ। ਦਿਵਸ ਅਗਲੇ ਜਬ ਹੀ ਜਾਣੇ, ਸਿੱਖਿਅਨ ਸੋ ਤਬ ਬਾਕ ਬਖਾਨੇ। ਨਹੀਂ ਰਬਾਬੇ ਚਲ ਕਰ ਆਏ, ਜਾਹੋ ਸਦਨ ਤੇ ਲਿਆਓ ਬੁਲਾਏ। ਮਹਾਰਾਜ ਦਾ ਹੁਕਮ ਸੁਣ ਕੇ ਭਾਈ ਗੁਰਦਾਸ ਜੀ ਇਹਨਾਂ ਦੇ ਘਰ ਗਏ ਅਤੇ ਕਿਹਾ, ਰੱਬ ਦੇ ਪਿਆਰਿਓ, ਕੀਰਤਨੀਓ ਸਿੱਖੋ, ਚਲੋ ਤੁਹਾਨੂੰ ਸੰਗਤ ਉਡੀਕਦੀ ਹੈ, ਤੁਸੀਂ ਵੱਡੇ ਭਾਗਾਂ ਵਾਲੇ ਹੋ। ਸਤਿਗੁਰਾਂ ਨੇ ਆਪ ਸੱਦਣ ਵਾਸਤੇ ਮੈਨੂੰ ਭੇਜਿਆ। ਉੱਠੋ ਚਲੋ, ਬੜ ਭਾਗ ਤੁਮਾਰਾ, ਸਤਿਗੁਰ ਸਿਮਰਤ ਤੁਮੋ ਹੰਕਾਰਾ। ਤਾਂ ਇਹ ਦੋਵੇਂ ਹੰਕਾਰ ਵਿੱਚ ਬੋਲੇ, ਅਸੀਂ ਗੁਰਾਂ ਪਾਸ ਜਾ ਕੇ ਕੀ ਲੈ ਲਿਆ। ਜਦੋਂ ਅਸੀਂ ਜਾ ਕੇ ਕੀਰਤਨ ਕਰਦੇ ਹਾਂ ਤਾਂ ਸੰਗਤ ਜੁੜਦੀ ਹੈ, ਫਿਰ ਗੁਰੂ ਸਾਹਿਬ ਜੀ ਗੱਦੀ ਲਾ ਕੇ ਬੈਠਦੇ ਆ ਅਤੇ ਆਪਣੀ ਪੂਜਾ ਕਰਾਉਂਦੇ ਆ। ਜੇ ਅਸੀਂ ਨਾ ਗਏ ਤਾਂ ਕਿਸੇ ਸਿੱਖ ਨੇ ਉਹਨਾਂ ਪਾਸ ਨਹੀਂ ਆਉਣਾ। ਇਸ ਤਰ੍ਹਾਂ ਅਸ਼ਰਧਾ ਵਾਲੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ, ਤੁਸੀਂ ਸਤਿਗੁਰਾਂ ਨਾਲ ਹੀ ਸੋਭਦੇ ਹੋ, ਚਲੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ, ਚਲੋ ਉੱਠੋ। ਪਰ ਇਹ ਵੀ ਮੰਦਭਾਗੀ ਆਪਣੇ ਹੱਥ ਤੋਂ ਪਿੱਛੇ ਨਾ ਹਟੇ। ਭਾਈ ਗੁਰਦਾਸ ਜੀ ਵਾਪਸ ਮੁੜ ਆਏ, ਸਾਰੀ ਗੱਲ ਹਜ਼ੂਰ ਨੂੰ ਸੁਣਾਈ ਆ ਕੇ। ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ ਕਿ ਤੁਸੀਂ ਬੁਲਾ ਕੇ ਲਿਆਓ। ਤਦ ਬਾਬਾ ਬੁੱਢਾ ਜੀ ਨੇ ਆ ਕੇ ਕਿਹਾ, ਤੁਸਾਂ ਨੇ ਆਪਣੇ ਮਨ ਵਿੱਚ ਮਾਇਆ ਵਾਸਤੇ ਨਾਰਾਜ਼ਗੀ ਧਾਰਨ ਕੀਤੀ ਹੈ, ਚਲੋ ਜਿੰਨੀ ਕਹੋ ਤੁਹਾਨੂੰ ਮਾਇਆ ਦਵਾ ਦਿੰਦੇ ਹਾਂ। ਗੁਰੂ ਨਾਨਕ ਦਾ ਖਜ਼ਾਨਾ ਟੁੱਟ ਹੈ, ਪਰ ਸੰਗਤ ਨੂੰ ਚੱਲ ਕੇ ਰਸ ਭਿੰਨਾ ਕੀਰਤਨ ਜ਼ਰੂਰ ਸੁਣਾਓ। ਤਾਂ ਇਹ ਰਬਾਬੀਆਂ ਨੇ ਕਿਹਾ, ਜਿਸ ਖਜ਼ਾਨੇ ਨੂੰ ਅਟੁੱਟ ਕਹਿੰਦੇ ਹੋ, ਸਾਨੂੰ ਤਾਂ ਉਹ ਖਜ਼ਾਨੇ ਦਾ ਪਤਾ ਨਹੀਂ ਕਿੱਥੇ ਰੱਖਿਆ ਹੋਇਆ। ਅਸਾਂ ਤਾਂ ਇਤਨੇ ਸਾਲ ਐਵੇਂ ਬਿਤਾ ਕੇ 100 ਰੁਪਈਆ ਹੀ ਪਾਇਆ, ਹੁਣ ਕਿਸੇ ਤਰ੍ਹਾਂ ਵੀ ਉਹਨਾਂ ਦੇ ਪਾਸ ਨਹੀਂ ਜਾਵਾਂਗੇ, ਚਾਹੇ ਕਿਤਨਾ ਯਤਨ ਕਰ ਲੈਣ। ਸਾਡੇ ਵਿੱਚ ਇਹ ਸਮਰੱਥਾ ਤਾਕਤ ਨਹੀਂ ਹੈ ਕਿ ਜਿਸ ਸੋਢੀ ਪਾਸ ਵੀ ਕੀਰਤਨ ਕਰਾਂਗੇ ਉਸੇ ਨੂੰ ਗੁਰੂ ਬਣਾ ਦੇਵਾਂਗੇ। ਸਾਡੇ ਵਿੱਚ ਤਾਂ ਤਾਕਤ ਇਹੀ ਆ। ਬਾਬਾ ਬੁੱਢਾ ਜੀ ਕਹਿਣ ਲੱਗੇ, ਚਲੋ ਰਬਾਬੀ, ਗੁਰੂ ਹਕਾਰਤ ਬਈ ਗੁਰੂ ਸਾਹਿਬ ਬੁਲਾਉਂਦੇ, ਰਬਾਬੀਓ ਚਲੋ। ਟਿੱਗ ਚੱਲ ਨਿਜ ਦੁੱਖ ਕਿਉਂ ਨਾ ਉਚਾਰ, ਨੇੜੇ ਚੱਲ ਕੇ ਆਪਣਾ ਦੁੱਖ ਕਿਉਂ ਨਹੀਂ ਦੱਸਦੇ, ਇੱਥੇ ਬੈਠੇ ਰੌਲਾ ਪਾਉਂਦੇ ਹੋ। ਨੌ ਨਿਧ ਸਰਿੱਧ ਸਿੱਧ ਰਮਾ ਵਡੇਰੀ,
ਸ੍ਰੀ ਗੁਰ ਕੋ ਰੁਖ ਨਿਤ ਪ੍ਰਤ ਹੇਰੀ। ਨੌ ਨਿਧੀਆਂ ਰਿੱਧੀਆਂ ਸਿੱਧੀਆਂ। ਰਮਾ ਹੁੰਦੀ ਲక్ష్ਮੀ ਵੱਡੀ ਸਾਰੀ ਵਿਆਪਕ। ਸੋ ਸ੍ਰੀ ਗੁਰ ਕੋ ਰੁਖ ਨਿਤ ਪ੍ਰਤ ਹੇਰੀ। ਗੁਰੂ ਦਾ ਰੁਖ ਦੇਖ ਕੇ ਸਭ ਕੁਝ ਆ ਜਾਂਦਾ। ਜਿੱਧਰ ਨੂੰ ਮਹਾਰਾਜ ਨਿਗਾਹ ਹੋਗੀ ਖੁਸ਼ੀ ਹੋਗੀ ਸਭ ਕੁਝ ਉੱਥੇ ਹਾਜ਼ਰ ਹੈ। ਜਿਸ ਦਿਸ਼ ਸਾਰਤ ਆਪ ਉਸਾਰਤ ਤਿਸ ਟਿਕ ਜਾਤ। ਬਿਲਮ ਨਹਿ ਧਾਰਤ ਇਸ਼ਾਰਤ ਨਾ ਇਸ਼ਾਰਾ। ਇਸ਼ਾਰਾ ਕਰਨ ਮਾਤਰੀ ਰਿੱਧੀਆਂ ਸਿੱਧੀਆਂ ਨਿੱਧੀਆਂ ਉੱਥੇ ਹੀ ਆ ਜਾਂਦੀਆਂ ਹੁੰਦੀਆਂ। ਆਸ ਪ੍ਰਭ ਕੋ ਤੁਮ ਤਿਆਗਤ ਕੈਸੇ। ਸਮਝ ਸੋ ਮਿਲਹੁ ਪ੍ਰਤੀਖਤ ਬੈਸੇ। ਦੋਨੋਂ ਭਰਾਤ ਗਰਭ ਕਰ ਕਹਿਓ। ਤਿਨ ਟਿਗ ਹਮ ਹੋ ਕਛੂ ਨਹ ਲਹਿਓ। ਨਹੀਂ ਜਾਏ ਅਬ ਕੈਸੇ ਪਾਸ। ਤਿਨ ਕੋ ਤਜ ਹਮ ਰਹਿ ਵਾਸ। ਸੁਨ ਕਠੋਰ ਬਾਣੀ ਤਿਨ ਕੇਰੀ ਕਹਿਓ। ਜਾਏ ਗੁਰ ਕੋ ਤਿਸ ਬੇਰੀ। ਪ੍ਰਭ ਜੀ ਨਹਿ ਮੰਨੈ ਕਿ ਮੈਂ ਮੂੜੇ। ਮਹਾਰਾਜ ਮੂਰਖ ਆਦਮੀ ਮੰਨਦੇ ਨਹੀਂ ਹਨ। ਰਹਿਓ ਗਰਭ ਮਦ ਹਿਰਦੇ ਅਰੂਢੇ। ਇਸ ਪ੍ਰਕਾਰ ਬਾਬਾ ਬੁੱਢਾ ਜੀ ਦੇ ਬਚਨ ਮੁੱਖੋਂ ਸੁਣ ਕੇ ਖਿਮਾ ਦੀ ਅਵਧੀ ਨਿਮਰਤਾ ਦੀ ਅਵਧੀ ਸਤਿਗੁਰੂ ਮਹਾਰਾਜ ਨੇ ਆਪ ਚੱਲਣ ਦੀ ਤਿਆਰੀ ਕੀਤੀ ਵੀ ਅਸੀਂ ਚੱਲਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨਿਮਰਤਾ ਦੀ ਅਵਧੀ ਸਨ। ਉਹਨਾਂ ਦੇ ਮਨ ਵਿੱਚ ਵਿੱਦਿਆ ਅਤੇ ਧਨ ਦਾ ਮਾਣ ਹੈ। ਇਹ ਮਾਣ ਪੁਰਸ਼ ਨੂੰ ਅਸਲੀਅਤ ਤੋਂ ਭੁਲਾਉਂਦਾ। ਕਰਿਓ ਵਿਚਾਰਨ ਦਰਬ ਸੁਭਾਏ। ਜਿਸ ਟਿਗੇ ਆਵੈ ਸੁਧ ਤਿਸ ਜਾਏ। ਗੁਰ ਪਰਮੇਸ਼ਰ ਬੀਸਰ ਜੈ ਹੈ। ਲਾਲਚ ਲੱਗੇ ਕਸ਼ਟ ਕੋ ਪੈ ਹੈ। ਕਰੈ ਬਾਵਰਾ ਸੁਰਤ ਵਿਸਾਰੈ। ਜੋਗ ਜੋਗ ਨਾ ਬਹੁਰ ਵਿਚਾਰੈ। ਸਾਦਰ ਅੰਨ ਹੈ ਤਿਨ ਕੋ ਜਾਏ। ਬਹੁਰੋ ਦਰਬ ਦੇਹ ਸਮੁਦਾਏ। ਕੀਰਤਨ ਦਾ ਪਿਆਰ ਤੇ ਗੁਣੀਆਂ ਦਾ ਆਦਰ ਕਰਨਾ ਮਹਾਰਾਜ ਦਾ ਸੁਤੇ ਸੁਭਾਅ ਸੀ। ਇਮ ਵਿਚਾਰ ਕਰ ਭੇ ਗੁਰ ਤਿਆਰੀ। ਜਿਨ ਸੁਭਾਵ ਪਰ ਕਬ ਬਲਿਹਾਰੇ। ਗਰੀਬ ਨਿਵਾਜ ਸਤਿਗੁਰੂ ਜੀ ਨੇ ਇਹਨਾਂ ਦੇ ਘਰ ਪਹੁੰਚੇ ਜੋ ਭਾਈ ਸਾਲੋ ਦੀ ਧਰਮਸ਼ਾਲਾ ਦੇ ਨੇੜੇ ਸੀ। ਪਰ ਉਹ ਤਰਲੋਕੀ ਨਾਥ ਸਤਿਗੁਰੂ ਨੂੰ ਘਰ ਵਿੱਚ ਆਇਆਂ ਦੇਖ ਕੇ ਉੱਠ ਕੇ ਖੜੇ ਵੀ ਨਾ ਹੋਏ, ਨਾ ਹੀ ਮੱਥਾ ਟੇਕਿਆ। ਚੁੱਪ ਧਾਰਨ ਕਰਕੇ ਬੈਠੇ ਰਹੇ। ਪੌਰ ਪ੍ਰਵੇਸ਼ੇ ਸਦਨ ਮਹਿ ਸ਼੍ਰੀ ਅਰਜਨ ਠਾਂਡੇ। ਦੇਖ ਨਾ ਆਦਰ ਉੱਠ ਕਰਿਓ। ਔਰ ਗਰਭ ਜੋ ਵਾਢੇ ਹੰਕਾਰੀ ਹੋ ਗਏ ਸੀ ਬੜੇ ਸਾਧ ਸੰਗਤ। ਬੈਠ ਰਹੇ ਦੋਨੋਂ ਮੁਗਧ ਮੁਖ ਧਰ ਕਰ ਮੌਨਾ। ਮਹਿਮਾ ਲਖੈ ਨਾ ਗੁਰੂ ਕੀ ਚੱਲ ਆਏ ਭੌਨਾ। ਗੁਰੂ ਦੀ ਮਹਿਮਾ ਜਾਣੀ ਨਹੀਂ। ਮਹਾਰਾਜ ਫਿਰ ਭੌਨਾ ਹੁੰਦਾ, ਭੌਣ ਆਪਣੇ ਘਰ ਆ ਗਏ। ਸਤਿਗੁਰੂ ਜੀ ਕਹਿਣ ਲੱਗੇ, ਪ੍ਰੇਮੀਓ ਇਹੋ ਜਿਹਾ ਕੀ ਕਾਰਨ ਹੈ ਜਿਸ 'ਤੇ ਤੁਸੀਂ ਇੰਨੀ ਸਖਤ ਨਾਰਾਜ਼ਗੀ ਧਾਰਨ ਕਰੀ ਬੈਠੇ ਹੋ। ਧਨ ਤਾਂ ਆਉਣ ਜਾਣ ਵਾਲੀ ਚੀਜ਼ ਹੁੰਦੀ ਹੈ। ਇਹ ਕਿਸੇ ਪਾਸ ਸਦਾ ਨਹੀਂ ਰਹਿੰਦਾ ਹੁੰਦਾ, ਨਾ ਹੀ ਟਿਕਦਾ ਹੁੰਦਾ। ਕਿਉਂ ਨਾਰਾਜ਼ ਹੋਏ ਹੋ? ਚਲੋ ਤੁਹਾਨੂੰ ਜਿੰਨਾ ਕੋ ਉਨਾ ਹੀ ਧਨ ਦਿੰਦੇ ਆ। ਸਤਿਗੁਰੂ ਨਾਨਕ ਦੇਵ ਜੀ ਦੇ ਖਜ਼ਾਨੇ ਵਿੱਚ ਬਹੁਤ ਚੜ੍ਹਦੀ ਕਲਾ ਹੈ। ਜਿੰਨਾ ਵੀ ਲਵੋਗੇ ਉਨਾ ਹੀ ਮੰਗੋਗੇ ਉਨਾ ਹੀ ਦੇ ਦੇਣਗੇ ਉਹ। ਇਹ ਗੱਲ ਸੁਣ ਕੇ ਦੋਵੇਂ ਭਰਾ ਗੁੱਸੇ 'ਚ ਬੋਲੇ, ਅਸੀਂ ਤਾਂ ਇੰਨਾ ਚਿਰ ਤੁਹਾਡੇ ਪਾਸ ਕੀਰਤਨ ਕਰਕੇ ਐਵੇਂ ਹੀ ਸਮਾਂ ਬਤੀਤ ਕੀਤਾ, ਸਾਨੂੰ ਕੋਈ ਲਾਭ ਨਹੀਂ ਹੋਇਆ। ਤਾਂ ਉਸ ਗੁਰੂ ਨਾਨਕ ਦੇ ਖਜ਼ਾਨੇ ਦਾ ਹੀ ਪਤਾ ਨਹੀਂ ਲੱਗਿਆ ਕਿ ਇਹ ਹੈ ਕਿੱਥੇ ਰੱਖਿਆ ਹੋਇਆ। 1000 ਰੁਪਈਆ ਵਿਆਹ 'ਤੇ ਲੱਗਣਾ ਸੀ ਅਤੇ ਤੁਸਾਂ ਨੇ 100 ਹੀ ਦਿੱਤਾ। ਜੇ ਇੰਨਾ ਚਿਰ ਕਿਸੇ ਹੋਰ ਪਾਸ ਕੀਰਤਨ ਕਰਦੇ ਤਾਂ ਉਸ ਪਾਸੋਂ ਮਨ ਮੰਗੀ ਮੁਰਾਦ ਪਾ ਲੈਂਦੇ। ਹੁਣ ਤੁਹਾਡੇ ਪਾਸ ਕੀਰਤਨ ਨਹੀਂ ਕਰਨਾ, ਕਿਸੇ ਹੋਰ ਪਾਸ ਕੀਰਤਨ ਕਰਕੇ ਉਸ ਨੂੰ ਗੁਰੂ ਬਣਾ ਕੇ ਮਨ ਮਰਜ਼ੀ ਦਾ ਧਨ ਪ੍ਰਾਪਤ ਕਰਾਂਗੇ। ਅਪਰ ਥਾਨ ਰਹਿ ਕਰ ਕਹੂੰ ਨਿਜ ਰਾਗ ਸੁਣਾਵੈ। ਲੈ ਦਰਬ ਉਰ ਭਾਵਤੋ ਕਹਿ ਤਾਨ ਰਿਝਾਵੈ। ਜਿਤੈ ਬਰਖ ਤੁਮ ਟਿਗ ਰਹੇ ਵਿਦਿਆ ਨਿਜ ਖੋਈ। ਸੁਨ ਰੀਝਤ ਜਾਣਤ ਗੁਣ ਨ ਪੈ ਮੌਜ ਨਾ ਕੋਈ। ਇਸ ਪ੍ਰਕਾਰ ਢੀਠਪੁਣੇ ਦੇ ਬਚਨ ਸੁਣ ਕੇ ਸਤਿਗੁਰੂ ਜੀ ਸ਼ਾਂਤ ਰਹੇ। ਕਿਸੇ ਪ੍ਰਕਾਰ ਦਾ ਉੱਤਰ ਨਾ ਦਿੱਤਾ। ਹੰਕਾਰੀ ਦੁਸ਼ਟ ਫੇਰ ਬੋਲੇ, ਤੁਹਾਡੀ ਗੱਦੀ ਸਾਡੇ ਕੀਰਤਨ ਨਾਲ ਹੈ। ਸਾਡੇ ਕੀਰਤਨ ਨਾਲ ਹੀ ਸੰਗਤ ਆ ਕੇ ਜੁੜਦੀ ਹੈ। ਤਾਂ ਤੁਸੀਂ ਆਪਣੀ ਪੂਜਾ ਕਰਾਉਂਦੇ, ਸਾਥੋਂ ਬਗੈਰ ਇਕੱਲੇ ਕੀ ਕਰੋਗੇ? ਅਸੀਂ ਗੁਰਤਾ ਗੱਦੀ ਦਾ ਮੂਲ ਕਾਰਨ ਹਾਂ। ਦੇਖੋ, ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਨਹੀਂ ਸੀ ਜਾਣਦਾ। ਜਦੋਂ ਸਾਡੇ ਮਰਦਾਨੇ ਨੇ ਕੀਰਤਨ ਸ਼ੁਰੂ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੱਤਾਂ ਦੀਪਾਂ 'ਚ ਮਸ਼ਹੂਰ ਹੋ ਗਏ।
ਇਸੇ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਨੂੰ ਤੀਸਰੇ ਪਾਤਸ਼ਾਹ ਜੀ ਨੂੰ ਰਬਾਬੀਆਂ ਨੇ ਪ੍ਰਗਟ ਕੀਤਾ। ਤੁਹਾਡੇ ਪਿਤਾ ਚੌਥੇ ਪਾਤਸ਼ਾਹ ਪਾਸ ਵੀ ਕੀਰਤਨ ਹੁੰਦਾ ਜਾਣ ਕੇ ਸੰਗਤ ਆਉਂਦੀ ਸੀ, ਤੁਹਾਨੂੰ ਵੀ ਅਸਾਂ ਨੇ ਮਸ਼ਹੂਰ ਕੀਤਾ, ਪਰ ਤੁਸੀਂ ਸਾਡੇ ਕੋਈ ਕਦਰ ਨਹੀਂ ਕੀਤੀ। ਸ੍ਰੀ ਨਾਨਕ ਪੂਰਬ ਪਏ ਜਗ ਕਿਨੋ ਨਾ ਜਾਣਿਓ, ਮਰਦਾਨਾ ਜਬ ਰਾਖਿਓ ਸਭ ਮੈਂ ਪ੍ਰਗਟਾਨਿਓ। ਇਹ ਸਾਰਾ ਉਹਨਾਂ ਨੇ ਫਿਰ ਇਹ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੀ ਹੋਇਆ। ਤਾਂ ਕਹਿੰਦੇ ਵੀ ਜੇ ਅਸੀਂ ਨਾ ਹੁੰਦੇ ਬਸ ਕੁਛ ਨਹੀਂ ਸੀ ਹੋਣਾ। ਸੋ ਉਹਨਾਂ ਦੇ ਮੁੱਖੋਂ ਇਸ ਤਰ੍ਹਾਂ ਸ਼ਰਧਾ ਭਰੇ ਬਚਨ ਸੁਣ ਕੇ ਗੰਭੀਰ ਹਿਰਦੇ ਵਾਲੇ ਸਤਿਗੁਰਾਂ ਨੇ ਆਪਣੀ ਨਿੰਦਾ ਤਾਂ ਕੋਈ ਖਿਆਲ ਨਹੀਂ ਕੀਤਾ, ਪਰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਤੋਂ ਆਦਿ ਸਾਰੇ ਗੁਰੂਆਂ ਨੇ ਨਿੰਦਾ ਕੀਤੀ ਤਾਂ ਧਰਕਾਰਾਂ ਪਾਉਂਦੇ ਹੋਏ ਹਜੂਰ ਮਹਾਰਾਜ ਘਰੋਂ ਬਾਹਰ ਆ ਗਏ ਅਤੇ ਆਉਂਦਿਆਂ ਹੋਇਆ ਕਿਹਾ। ਉਹਨਾਂ ਨੇ ਕੀ ਜਿਹੜਾ ਸੀ ਬਚਨ ਬੋਲਿਆ ਸੀ, ਸ੍ਰੀ ਅੰਗਦ ਗੁਰ ਅਮਰ ਜੀ ਤੁਮਰੋ ਪਿਤ ਜੋਈ। ਗੁਰੂ ਅੰਗਦ ਦੇਵ ਗੁਰੂ ਅਮਰਦਾਸ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ, ਪ੍ਰਗਟ ਰਬਾਬੀ ਕਰਤ ਭੇਮ ਲਖੈ ਨਾ ਕੋਈ। ਰਬਾਬੀਆਂ ਨੇ ਪ੍ਰਗਟ ਕੀਤਾ, ਕੋਈ ਜਾਣਦਾ ਸੀ ਉਹਨਾਂ ਨੂੰ। ਤੁਮ ਟਿਗ ਹਮ ਕੀਰਤਨ ਕਰੈ ਗੁਰ ਮਹਿਮਾ ਗਾਵੈ, ਸੁਨ ਸੁਨ ਸਿੱਖ ਬਹੁ ਦੇਸ਼ ਕੇ ਬਸਤੂ ਗਨ ਲਿਆਵੈ। ਗੁਰੂ ਗੁਰੂ ਉਚਰੈ ਤੁਮੈ ਪੂਜੈ ਧਨ ਆਨੈ, ਸੁਨ ਕਰ ਹਮਰੇ ਰਾਗ ਕੋ ਸੰਗਤ ਸਭ ਮਾਨੈ। ਇਤਨੋ ਗੁਣ ਹਮਰੋ ਮਹਾ ਕੁਛ ਜਾਣਿਓ ਨਾਹੀ, ਨਾਹਿ ਤਾਂ ਆਦਿ ਭੇਟ ਕੋ ਦੇਹੋ ਹਮ ਕਰ ਮਾਹੀ। ਅਬ ਜਾਨੀ ਪਰ ਹੈ ਭਲੇ ਕਿਮ ਗੁਰੂ ਕਹਾਵੋ, ਵਸਤ ਹਜ਼ਾਰ ਹੋਂ ਦਰਬ ਕਹੋ ਬਹੁ ਕੈਸੇ ਤੁਮ ਪਾਵੋ। ਹਮ ਅਬ ਰਹਿ ਕੇ ਅਪਰ ਟਿਗਲੇ ਗੁਰੂ ਬਨਾਈ, ਪੂਜਾ ਹੋਵੈ ਤਿਸੀ ਕੀ ਮਨ ਹੈ ਸਮੁਦਾਇ। ਹਮ ਅਧੀਨ ਕਰਬੋ ਗੁਰੂ ਨਹਿ ਤੁਮਨੇ ਜਾਨਾ, ਆਪ ਪੀਛੇ ਪਛਤਾਏ ਹੋ ਮੰਤਾ ਹੋਏ ਹਾਨਾ। जहाँ राग हम करेंगे गुर तिसै बनावैं, ਤੁਮਰੇ ਨਿਕਟ ਨ ਜਾहेंगे ਏਕਲ ਰਹਿ ਜਾਵੈਂ। ਸੋ ਇਸ ਤਰ੍ਹਾਂ ਆਉਂਦੇ ਆਉਂਦੇ ਫਿਰ ਮਹਾਰਾਜ ਨੇ ਜਦੋਂ ਸੁਣਿਆ ਵੀ ਨਿੰਦਾ ਬਾਹਲੀ ਕਰਨ ਲੱਗ ਪਿਆ, ਫਿਰ ਗੁਰੂ ਸਾਹਿਬ ਨੂੰ ਵੀਰ ਰਸ ਆਇਆ ਜਦੋਂ ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਦੇਵ ਦੀ, ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ ਨਿੰਦਾ ਕਰਤੀ ਸਾਧ ਸੰਗਤ। ਸਤਿਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਜਿਸ ਮੂੰਹ ਨਾਲ ਬੇਦੀ ਕੁਲ ਦੇ ਤਿਲਕ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਨਿੰਦਿਆ ਕੀਤੀ ਹੈ, ਉਹ ਮੂੰਹ ਤੁਹਾਡਾ ਪੱਕ ਜਾਵੇ, ਤੁਹਾਡੀ ਦੇਹੀ ਫਿੱਟ ਜਾਵੇ, ਸਰੀਰ 'ਤੇ ਕੋੜ੍ਹ ਦਾ ਰੋਗ ਹੋ ਜਾਵੇਗਾ। ਅੱਜ ਤੋਂ ਕੋਈ ਸਿੱਖ ਤੁਹਾਨੂੰ ਮੂੰਹ ਨਹੀਂ ਲਾਏਗਾ। ਜੇ ਕੋਈ ਸਾਡੇ ਪਾਸ ਤੁਹਾਡੀ ਸਿਫਾਰਿਸ਼ ਵੀ ਕਰੇਗਾ ਨਾ, ਤਾਂ ਉਸਦਾ ਸਿਰ ਮੁੰਨ ਕੇ ਕਾਲਾ ਮੂੰਹ ਕਰਕੇ ਖੋਤੇ ਚੜ੍ਹਾ ਕੇ ਗਲੀ ਗਲੀ ਫੇਰਿਆ ਜਾਏਗਾ। ਸ੍ਰੀ ਅਰਜਨ ਚਿੱਤ ਸ਼ਾਂਤ ਅਤ ਬਹੁ ਛਿਮਾ ਨਿਧਾਨਾ, ਨਹੀਂ ਨਿੰਦਾ ਤੇ ਸ਼ੁਭਤ ਨਹਿ ਸੁਨ ਕਛ ਨ ਬਖਾਨਾ। ਸ੍ਰੀ ਨਾਨਕ ਤੇ ਆਦ ਕੀ ਜਬ ਨਿੰਦ ਸੁਨਾਈ, ਕਰ ਧਿਕਾਰ ਕਹਿ ਨਿਕਸੇ ਸਦਨ ਰਿਸ ਉਰਮੈ ਛਾਈ। ਬੇਦੀ ਕੁਲ ਤੇ ਤਿਲਕ ਕੀ ਨਿੰਦਾ ਤੁਮ ਕੀਨੀ, ਫਿਟ ਜਾਵੈ ਕੀ ਦੇਹ ਤੁਮ ਰੁਜਦੇ ਹੋਏ ਹੀਨੀ। ਰੋਜਨ ਦੀ ਬਿਮਾਰੀ ਇਮ ਕਹਿ ਸਤਿਗੁਰ ਆਏ, ਕਰ ਥਲ ਥੜੇ ਸੁਹਾਏ। ਸਭ ਸੰਗਤ ਇਕੱਠੀ ਭਈ ਦੀਵਾਨ ਲਗਾਏ, ਸਿੱਖਣ ਕੋ ਆਇਸ ਦਈ ਤੁਮ ਰਾਗ ਸੁਨਾਵੋ। ਗਾਵੋ ਸ਼ਬਦ ਸੁਤਾਨ ਜੁਤ ਵਿਦਿਆ ਇਹ ਪਾਵੋ। ਇਸ ਪ੍ਰਕਾਰ ਦੇ ਬਚਨ ਡੂਮਾਂ ਨੂੰ ਕਹਿ ਕੇ ਗੁਰੂ ਸਾਹਿਬ ਜੀ 68 ਘਾਟ ਵਾਲੀ ਜਗ੍ਹਾ ਉੱਪਰ ਪਹੁੰਚੇ। ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਸਿੱਖਾਂ ਨੂੰ ਕਿਹਾ, ਪ੍ਰੇਮੀਓ ਹੁਣ ਤੁਸਾਂ ਨੇ ਹੀ ਕੀਰਤਨ ਕਰਨਾ। ਅੱਜ ਤੋਂ ਜਿਵੇਂ ਕਥਾ ਦੀ ਪਹਿਲਾਂ ਬਖਸ਼ਿਸ਼ ਕੀਤੀ ਆ, ਹੁਣ ਕੀਰਤਨ ਵੀ ਸਿੱਖਾਂ ਨੂੰ ਹੀ ਦੇ ਦੇਣਾ। ਤੁਹਾਨੂੰ ਰਾਗ ਵਿਦਿਆ ਆ ਜਾਵੇਗੀ, ਆਓ ਸਾਜ਼ ਫੜ ਕੇ ਕੀਰਤਨ ਸ਼ੁਰੂ ਕਰ ਦਿਓ। ਉਸ ਸਮੇਂ ਹਜ਼ੂਰ ਆ ਦਾ ਬਚਨ ਮੰਨ ਕੇ ਬਾਬਾ ਬੁੱਢਾ ਜੀ ਨੇ ਤਾਂ ਸਰੰਦਾ ਫੜ ਲਿਆ, ਭਾਈ ਗੁਰਦਾਸ ਜੀ ਨੇ ਜੋੜੀ ਵਜਾਈ ਅਤੇ ਆਪ ਗੁਰੂ ਜੀ ਨੇ ਤੰਬੂਰਾ ਲੈ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸੰਗਤ ਨੂੰ ਇਤਨਾ ਆਨੰਦ ਆਇਆ ਕਿ ਸਭਨਾਂ ਨੂੰ ਦੇਸ਼ ਕਾਲ ਹੀ ਭੁੱਲ ਗਿਆ। ਸਿੱਖ ਹੈਰਾਨ ਹੋਏ, ਅਸੀਂ ਤਾਂ ਕਦੇ ਕੀਰਤਨ ਹੀ ਨਹੀਂ ਕੀਤਾ, ਅੱਜ ਪਹਿਲੇ ਦਿਨ ਹੀ ਚੰਗਾ ਕਰਨ ਲੱਗ ਪਏ ਹਾਂ। ਬਚਨ ਮਾਨ ਬੇ ਗੁਰੂ ਕੋ ਵਿਦਿਆ ਸਭ ਪਾਈ। ਸੋ ਸਾਧ ਸੰਗਤ ਬਚਨ ਮੰਨਣ ਨਾਲ ਹੀ ਵਿਦਿਆ ਆ ਜਾਂਦੀ ਹੁੰਦੀ ਆਪਣੇ ਆਪ, ਕਿਉਂਕਿ ਸਤਿਗੁਰੂ ਬਹੁਤ ਵੱਡੇ ਨੇ, ਤਿੰਨਾਂ ਲੋਕਾਂ ਦੇ ਮਾਲਕ, ਬ੍ਰਹਿਮੰਡਾਂ ਦੇ ਮਾਲਕ ਨੇ। ਜਾਨਤ ਹੋਤੇ ਨਾ ਰਾਗ ਕੋ ਗਾਵਤ ਸਿਮ ਬਿਸਮਾਈ।
ਸੁਣ ਸਿੱਖਣ ਕੇ ਰਾਖੋ ਗੁਰ ਭਏ ਪ੍ਰਸੰਨਾ। बर दीनो तुम प्रेम जुत हमरो बच मन्ना। अब ते विद्या राखी सिखन पह आई। गावह सुनह सो प्रीत धर ले शुभ गत पाई। डूम जात पछताए हैं तृष्णा ढहकाए। लिए शब्द घर घर फिरह न होए तृप्ताए। पाए अनादर जित कीती बिन कहे सो जावै। ताऊ न सिख मुझ मुख लाए हैं दुख ਲੈ ਗੁਲਾਮ ਹੈ। ਇਉਂ ਸਤਿਗੁਰਾਂ ਦੇ ਬਚਨਾਂ ਦੁਆਰੇ ਗੁਰਸਿੱਖਾਂ ਨੇ ਤਾਂ ਕੀਰਤਨ ਕਰਨਾ ਵਰ ਪਾ ਲਿਆ ਅਤੇ ਮੂਰਖ ਡੂਮਾਂ ਨੂੰ ਆਪਣੇ ਕਰਮਾਂ ਅਨੁਸਾਰ ਸ਼ਰਾਬ ਮਿਲ ਗਿਆ। ਉਸੇ ਦਿਨ ਤੋਂ ਉਹਨਾਂ ਦੇ ਸਰੀਰ ਫਿੱਟ ਗਏ, ਮੂੰਹ ਪੱਕ ਗਏ। ਸਤਿਗੁਰਾਂ ਦੇ ਬਚਨਾਂ ਦੇ ਭੈ ਕਰਕੇ ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ। ਸਾਰੇ ਹੀ ਦੂਰੋਂ ਆਉਂਦੇ ਵੇਖ ਕੇ ਇੱਧਰ ਉੱਧਰ ਹੋ ਜਾਂਦੇ ਸਨ, ਜਿਸ ਕਰਕੇ ਜਿਸ ਵੇਲੇ ਬੜੇ ਦੁੱਖ ਦੇ ਕਾਰਨ ਹੰਕਾਰ ਦੂਰ ਹੋ ਗਿਆ ਤਾਂ ਪਛਚਾਤਾਪ ਕਰਨ ਲੱਗ ਪਏ ਕਿ ਅਸੀਂ ਕੀ ਸਾਂ, ਗਰੀਬੀ ਦੇ ਦਬਾਏ ਹੋਏ ਧੱਕੇ ਖਾਂਦੇ ਫਿਰਦੇ ਸੀ। ਇਹਨਾਂ ਦੀ ਕਿਰਪਾ ਨਾਲ ਹੁਣ ਸਾਨੂੰ ਸਨਮਾਨ ਮਿਲਿਆ, ਪਰ ਅਸਾਂ ਨੇ ਇਹਨਾਂ ਦਾ ਕਦਰ ਨਹੀਂ ਪਾਇਆ, ਬਲਕਿ ਇਹ ਸਾਡੇ ਘਰ ਚੱਲ ਕੇ ਆਏ, ਅਸਾਂ ਨੇ ਫਿਰ ਵੀ ਮਾਫੀ ਮੰਗੀ। ਹੁਣ ਕਿਸ ਨੂੰ ਆਖੀਏ ਜਿਹੜਾ ਕੋਈ ਸਿੱਖ ਸਾਡੀ ਸਿਫਾਰਿਸ਼ ਕਰਕੇ ਸਾਨੂੰ ਬਖਸ਼ਾ ਦੇਵੇ। ਸੋਚਦਿਆਂ ਨੂੰ ਇਹ ਗੱਲ ਪੂਰੀ ਕਿ ਲਾਹੌਰ ਸ਼ਹਿਰ ਵਿੱਚ ਭਾਈ ਲੱਦੇ ਪਾਸ ਜਾ ਕੇ ਬੇਨਤੀ ਕਰੀਏ। ਸ਼ਾਇਦ ਸਾਡੇ ਉੱਪਰ ਤਰਸ ਕਰਕੇ ਉਹ ਹੀ ਸਾਡੀ ਬੌੜੀ ਕਰੇ, ਕਿਉਂਕਿ ਉਹ ਪਰਉਪਕਾਰੀ ਹੈ। ਇਹਨਾਂ ਨੇ ਕਈ ਵਾਰੀ ਭਾਈ ਗੁਰਦਾਸ ਜੀ ਤੋਂ ਹੋਰ ਸਿੱਖਾਂ ਤੋਂ ਭਾਈ ਲੱਦੇ ਦੀ ਸਿਫਤ ਸੁਣੀ ਹੋਈ ਸੀ। ਇਉਂ ਸੋਚ ਕੇ ਆਪਣੇ ਫਿੱਟੇ ਸਰੀਰ ਚਾਦਰੇ ਨੂੰ ਢੱਕ ਕੇ ਲਾਹੌਰ ਵੱਲ ਚੱਲ ਪਏ। 1-2 ਦਿਨਾਂ ਵਿੱਚ ਲਾਹੌਰ ਪਹੁੰਚੇ। ਭਾਈ ਲੱਦੇ ਦਾ ਘਰ ਪੁੱਛ ਕੇ ਦਰਵਾਜ਼ੇ ਦੇ ਅੱਗੇ ਜਾ ਖੜ੍ਹੇ। ਜਿਸ ਵੇਲੇ ਭਾਈ ਲੱਦਾ ਜੀ ਨੂੰ ਪਤਾ ਲੱਗਿਆ ਪਰਉਪਕਾਰੀ ਨੂੰ ਇਹ ਸਤਿਗੁਰਾਂ ਦੇ ਫਟਕਾਰੇ ਗੁਰੂ ਕੇ ਨਿੰਦਕ ਡੂਮ ਆਏ ਨੇ, ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ। ਫੇਰ ਤਾਂ ਇਹਨਾਂ ਦੇ ਮਨ ਦੀ ਰਹਿੰਦੀ ਖੁੰਦੀ ਧੀਰਜ ਵੀ ਟੁੱਟ ਗਈ। ਕਹਿਣ ਲੱਗੇ ਉੱਥੇ ਜਾ ਕੇ ਜਿਸ ਜਗ੍ਹਾ ਬੂਹਾ ਮੱਲ ਕੇ ਬੈਠ ਕੇ ਬੇਨਤੀਆਂ ਕਰਨ ਲੱਗੇ, ਭਾਈ ਸਾਹਿਬ ਜੀ ਬੂਹਾ ਖੋਲ੍ਹੋ, ਅਸੀਂ ਤਾਂ ਤੁਹਾਡੀ ਸਿਫਤ ਸੁਣ ਕੇ ਆਏ ਹਾਂ, ਇੱਥੋਂ ਵਾਪਸ ਨਹੀਂ ਮੁੜਾਂਗੇ। ਜਾਂ ਸਾਨੂੰ ਹੁਣ ਸਤਿਗੁਰਾਂ ਤੋਂ ਬਖਸ਼ਾ ਦਿਓ, ਨਹੀਂ ਤਾਂ ਇਸੇ ਜਗ੍ਹਾ ਆਪਣੇ ਪ੍ਰਾਣ ਤਿਆਗ ਦਿਆਂਗੇ। ਪਹੁੰਚੇ ਲੱਦੇ ਕੇ ਸਦਨ ਕਿਨ ਜਾਏ ਸੁਨਾਵਾ। ਸੱਤੇ ਜੁਤ ਬਲਵੰਡ ਜੋ ਤੇਰੇ ਗ੍ਰਹਿ ਆਵਾ। ਦੌਰ ਪੌਰ ਪਟ ਭੇਰ ਕੈ ਅੰਤਰ ਹੋਏ ਬੈਸਾ। ਫਿਟ ਕੇ ਸ੍ਰੀ ਅਰਜਨ ਗੁਰੂ ਦੁਖ ਵਾਢਿਓ ਤੈਸਾ। ਪੌਰ ਖਰੇ ਹੋਏ ਕੌਰ ਲੱਗ ਬਹੁ ਬਿਨੈ ਬਖਾਨੀ। ਤਰਾਹੇ ਤਰਾਹੇ ਸਰਨੀ ਪਰੇ ਸੁਨ ਸਿਫਤ ਮਹਾਨੀ। ਗੁਰ ਸਿੱਖਨ ਮੈਂ ਨਾਮ ਤੁਵ ਕਹਿ ਪਰਉਪਕਾਰੀ। ਕਹਿੰਦੇ ਭਾਈ ਲੱਦਾ ਪਰਉਪਕਾਰੀ, ਗੁਰਸਿੱਖਾਂ 'ਚ ਤੁਹਾਡਾ ਬਹੁਤ ਨਵਾਂ ਪਰਉਪਕਾਰੀ ਹੋ ਤੁਸੀਂ। ਕਰ ਸਹਾਇਤਾ ਦੀਨ ਲੱਖ ਕੱਟ ਬ੍ਰਿਥਾ ਹਮਾਰੀ। ਅਸੀਂ ਵੀ ਗਰੀਬ ਆਏ ਹਾਂ, ਸਾਡੀ ਵੀ ਪੀੜਾ ਕੱਟ ਦਿਓ। ਹੁਣ ਲਾਜ ਨਾਮ ਕੀ ਰਾਖੀਏ ਅਰਦਾਸ ਸੁਨੀਜੈ। ਏਕ ਬਾਰ ਸ਼੍ਰੀ ਗੁਰ ਨਿਕਟ ਹਮਰੀ ਸੁਧ ਦੀਜੈ। ਆਨ ਥਾਨ ਤੁਝ ਬਿਨਾ ਨਹਿ ਜਿਸਕੇ ਟਿਕ ਜਾਵੈ। ਦਰ ਤੇਰੇ ਹਮ ਪਰ ਰਹੇ ਕਰ ਜਿਉ ਉਹ ਉਰ ਭਾਵੈ। ਮਾਰੋ ਕਿਦੋ ਜਵਾਏ ਦਿਹੋ ਹਮ ਤੋਹੇ ਅਧੀਨਾ। ਘਰ ਨਿਕਸੇ ਤੱਕ ਸ਼ਰਨ ਤਵ ਕੀਜੈ ਦੁਖਹੀਨਾ। ਤੁਹਾਡੀ ਸ਼ਰਨ ਤੱਕ ਕਿ ਆਏ ਦੁੱਖ ਤੋਂ, ਹੁਣ ਹੀਣੇ ਕਰੋ, ਦੁੱਖਾਂ ਨੂੰ ਦੂਰ ਕਰੋ। ਜਦ ਇਹਨਾਂ ਦੋਹਾਂ ਭਰਾਵਾਂ ਨੇ ਭਾਈ ਲੱਦੇ ਪਾਸੇ ਪ੍ਰਕਾਰ ਬੇਨਤੀ ਕੀਤੀ ਤਾਂ ਭਾਈ ਲੱਦੇ ਦਾ ਜਿਹੜਾ ਮਨ ਪ੍ਰਸੰਨਤਾ ਵਿੱਚ ਆ ਗਿਆ ਅਤੇ ਚਿੱਤ ਵਿੱਚ ਸੋਚਦਾ ਕਿ ਜੇ ਮੈਂ ਪਰਉਪਕਾਰ ਵਾਲਾ ਕੰਮ ਕਰਦਾ ਹਾਂ ਤਾਂ ਹੀ ਮੇਰੇ ਪਾਸ ਆਏ ਨੇ। ਜੇ ਹੁਣ ਇਹਨਾਂ 'ਤੇ ਪਰਉਪਕਾਰ ਨਾ ਕਰਾਂ ਤਾਂ ਮੈਨੂੰ ਕਿਸੇ ਨੇ ਪਰਉਪਕਾਰ ਹੀ ਨਹੀਂ ਕਹਿਣਾ। ਇਸ 'ਤੇ ਇਹਨਾਂ ਉੱਤੇ ਵੀ ਪਰਉਪਕਾਰ ਕਰਨਾ ਚਾਹੀਦਾ। ਇਉਂ ਵਿਚਾਰ ਕੇ ਬੂਹਾ ਖੋਲ੍ਹ ਦਿੱਤਾ। ਅੰਦਰ ਬੁਲਾਏ, ਆਦਰ ਕੀਤਾ, ਜਲ ਪਾਣੀ ਛਕਾ ਕੇ ਸਾਰੀ ਗੱਲ ਪੁੱਛੀ ਕਿ ਗੁਰੂ ਪਿਆਰਿਓ ਕੀ ਗੱਲ ਹੈ। ਇਹਨਾਂ ਨੇ ਆਪਣੀ ਹੱਡ ਬੀਤੀ ਸਾਰੀ ਗੱਲ ਸੁਣ ਕੇ ਇਹ ਵੀ ਦੱਸੀ ਕਿ ਗੁਰਾਂ ਨੇ ਕਿਹਾ ਕਿ ਇਹਨਾਂ ਡੂਮਾਂ ਨੂੰ ਬਖਸ਼ਾਉਣ ਲਈ ਜਿਹੜਾ ਵੀ ਆਵੇਗਾ ਸਾਡੇ ਪਾਸ, ਇਹਨਾਂ ਦੀ ਸਿਫਾਰਿਸ਼ ਕਰੇਗਾ, ਉਸ ਦਾ ਸਿਰ ਮੁੰਨ ਕੇ ਮੂੰਹ ਕਾਲਾ ਕਰਕੇ ਗਧੇ ਉੱਤੇ ਚੜ੍ਹਾ ਕੇ ਗਲੀ ਗਲੀ ਫੇਰਾਂਗੇ। ਇਹ ਗੱਲ ਸੁਣ ਕੇ ਭਾਈ ਲੱਦਾ ਜੀ ਬੜੇ ਹੀ ਪ੍ਰਸੰਨ ਹੋਏ ਕਿ ਇਹ ਗੱਲ ਮਾਮੂਲੀ ਗੱਲ ਹੈ। ਉਸ ਵੇਲੇ ਸਿਰ ਮਨਵਾ ਕੇ ਮੂੰਹ ਕਾਲਾ ਕਰਕੇ ਘੁਮਿਆਰਾਂ ਦਾ ਖੋਤਾ ਪਹਾੜੇ ਉੱਪਰ ਲੈ ਕੇ ਚੜ੍ਹ ਕੇ ਬਹਿ ਗਏ
ਅੱਗੇ ਅੱਗੇ ਢੋਲ ਵਾਲਾ ਲਾ ਲਿਆ, ਮਗਰ ਖੋਤੇ 'ਤੇ ਬੈਠੇ ਭਾਈ ਲੱਧਾ ਪਰਉਪਕਾਰੀ ਜੀ, ਨਾਲ ਸ਼ਹਿਰ ਦੇ ਬੱਚੇ ਤੇ ਹੋਰ ਤਮਾਸ਼ਬੀਨ। ਪਹਿਲਾਂ ਸਾਰੇ ਲਾਹੌਰ ਸ਼ਹਿਰ ਵਿੱਚ ਫਿਰੇ, ਫਿਰ ਅੰਮ੍ਰਿਤਸਰ ਸਾਹਿਬ ਆਏ। ਸਾਰੇ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿੱਚ ਫਿਰਦੇ ਹੋਏ ਜਦੋਂ ਆਪ ਬਾਬੇ ਅਟਲ ਜੀ ਵੱਲੋਂ ਮੰਜੀ ਸਾਹਿਬ ਨੂੰ ਆਏ ਤਾਂ ਅੰਤਰਜਾਮੀ ਸਤਿਗੁਰੂ 68 ਘਾਟ ਪਰ ਸਜੇ ਸੰਗਤਾਂ ਨੂੰ ਦਰਸ਼ਨ ਦੇ ਰਹੇ। ਪੁੱਛਿਆ, ਪ੍ਰੇਮੀਓ ਕੀ ਗੱਲ ਹੈ, ਬੜਾ ਰੌਲਾ ਪੈਂਦਾ, ਢੋਲ ਵੱਜ ਰਿਹਾ। ਤਾਂ ਸਿੱਖਾਂ ਨੇ ਸਾਰੀ ਵਾਰਤਾ ਦੱਸੀ। ਆਪ ਜੀ ਦੇ ਹੁਕਮ ਅਨੁਸਾਰ ਪਾਲਣਾ ਕਰਕੇ ਭਾਈ ਲੱਧਾ ਗੁਰਨਿੰਦਕ ਡੂਮਾਂ ਨੂੰ ਬਖਸ਼ਾਉਣ ਵਾਸਤੇ ਆ ਰਿਹਾ। ਇਤਨੇ ਨੂੰ ਖੋਤੇ ਤੋਂ ਉਤਰ ਕੇ ਉਸੇ ਤਰ੍ਹਾਂ ਰੂਪ ਵਿੱਚ ਭਾਈ ਲੱਧਾ ਪਰਉਪਕਾਰੀ ਜੀ ਪਾਸ ਚਲੇ ਗਏ। ਦੂਰੋਂ ਹੀ ਮੱਥਾ ਟੇਕਿਆ, ਕਹਿਣ ਹੱਥ ਜੋੜ ਕੇ, ਮਹਾਰਾਜ ਹਜੂਰ ਦਾ ਕੋਈ ਹੋਰ ਹੁਕਮ ਤਾਂ ਦੱਸੋ, ਪਹਿਲਾਂ ਉਹ ਪੂਰਾ ਕਰਾਂ, ਫਿਰ ਮੈਂ ਇਹਨਾਂ ਲਈ ਬੇਨਤੀ ਕਰਾਂਗਾ। ਜਿਸ ਵੇਲੇ ਸਤਿਗੁਰੂ ਨੇ ਪਿਆਰੇ ਸਿੱਖ ਨੂੰ ਪਰਉਪਕਾਰ ਵਾਸਤੇ ਇਸ ਰੂਪ ਵਿੱਚ ਤੱਕਿਆ ਤਾਂ ਮਹਾਰਾਜ ਦੇ ਨੇਤਰਾਂ ਜਲ ਆ ਗਿਆ। ਕਿਹਾ, ਭਾਈ ਲੱਧਾ ਤੂੰ ਊਂ ਆ ਕੇ ਕਹਿ ਦਿੰਦਾ ਨਾ ਤਾਂ ਵੀ ਬਖਸ਼ ਲੈਣਾ, ਤੈਨੂੰ ਇੰਨਾ ਕਰਨ ਦੀ ਕੀ ਲੋੜ ਸੀ। ਸ੍ਰੀ ਅਰਜਨ ਅਵਲੋਕਨ ਕੀਨ ਸਲੋਚਨ ਜਲ ਪੂਰਨ ਹੋਇਆ ਏ, ਗੁਰ ਮਾਰੇ ਕਉ ਸਿੱਖ ਬਚਾਵਹਿ ਸਿੱਖ ਮਾਰੈ ਤਿਸ ਨਹਿ ਕਿਤ ਥਾਏ। ਫਿਰ ਸਿੱਖਾਂ ਨੂੰ ਭੇਜ ਕੇ ਭਾਈ ਲੱਧੇ ਨੂੰ ਇਸ਼ਨਾਨ ਕਰਾ ਕੇ ਪਾਸ ਬੁਲਾਤਿਆ। ਭਾਈ ਲੱਧੇ ਨੇ ਜਾ ਕੇ ਮੱਥਾ ਟੇਕਿਆ ਤੇ ਹਜੂਰ ਪਾਸ ਬਖਸ਼ਾਉਣ ਵਾਸਤੇ ਡੂਮਾਂ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਇਹ ਲੱਧਾ, ਭਾਈ ਲੱਧਾ ਜੀ, ਜਿਸ ਤਰ੍ਹਾਂ ਦੇ ਬਚਨ ਇਹਨਾਂ ਨੇ ਉਹ ਬਾਚੇ ਨੇ ਉਸੇ ਤਰ੍ਹਾਂ ਹੀ ਇਹ ਬਖਸ਼ੇ ਨਹੀਂ ਜਾਣਗੇ, ਪਰ ਤੇਰਾ ਬਚਨ ਅਮੋੜ ਹੈ, ਤੇਰੇ ਕਹੇ ਬਖਸ਼ ਦਿੰਦੇ ਆ। ਪਰ ਜਿਸ ਮੂੰਹ ਨਾਲ ਇਹਨਾਂ ਨੇ ਸਤਿਗੁਰਾਂ ਦੀ ਨਿੰਦਾ ਕੀਤੀ, ਉਸੇ ਮੂੰਹ ਨਾਲ ਗੁਰਾਂ ਦੀ ਉਸਤਤ ਕਰਨ ਤਾਂ ਬਖਸ਼ੇ ਜਾਣਗੇ। ਇਹ ਗੱਲ ਸੁਣ ਕੇ ਭਾਈ ਲੱਧੇ ਨੇ ਉਹਨਾਂ ਡੂਮਾਂ ਨੂੰ ਕਿਹਾ, ਜਾਓ ਪਹਿਲਾਂ ਦੁੱਖ ਭੰਜਨੀ ਸਾਹਿਬ ਵਾਲੀ ਜਗ੍ਹਾ 'ਤੇ ਇਸ਼ਨਾਨ ਕਰੋ, ਫਿਰ ਆ ਕੇ ਸਤਿਗੁਰਾਂ ਦਾ ਜਸ ਕਰੋ। ਇਹ ਗੱਲ ਸੁਣ ਕੇ ਦੋਵਾਂ ਭਰਾਵਾਂ ਨੇ ਬੜੇ ਪ੍ਰਸੰਨ ਹੋਏ ਤੇ ਜਾ ਕੇ ਇਸ਼ਨਾਨ ਕਰਕੇ ਆਏ। ਇਹਨਾਂ ਦੀ ਜ਼ੁਬਾਨ ਨਾ ਚੱਲੀ, ਗੁਰਨਿੰਦਾ ਕਰਕੇ ਪੱਕ ਗਈ ਸੀ। ਤਦੋਂ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਨਾਲ ਇਹਨਾਂ ਦੀ ਜੀਭ 'ਤੇ ਕਲਮ ਫੇਰੀ, ਜ਼ੁਬਾਨ ਖੁੱਲ੍ਹ ਗਈ। ਉਸੇ ਵੇਲੇ ਇਹਨਾਂ ਨੇ 4 ਪੌੜੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਕੱਠੀ ਸਿਫਤ, 5ਵੀਂ ਪੌੜੀ ਵਿੱਚ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਸਿਫਤ, 6ਵੀਂ ਪੌੜੀ ਵਿੱਚ ਗੁਰੂ ਅਮਰਦਾਸ ਜੀ ਦੀ ਸਿਫਤੀ ਕੀਤੀ, 7ਵੀਂ ਪੌੜੀ ਵਿੱਚ ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ, 8ਵੀਂ ਪੌੜੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਿਫਤ ਦੀ ਉਸਤਤੀ ਉਚਾਰ ਕੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗ ਕੇ ਫਿਰ ਕੀਰਤਨ ਕਰਨ ਦੇ ਅਧਿਕਾਰੀ ਬਣੇ। ਇਹ ਸਾਰਾ ਪ੍ਰਸੰਗ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਰਾਸ ਤੀਸਰੀ ਧਿਆ 43ਵਾਂ ਤੋਂ 45ਵੇਂ ਤੱਕ ਕਥਨ ਕੀਤਾ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਜੋ ਉਹਨਾਂ ਨੇ ਬਾਣੀ ਰਚੀ ਆ ਉਹ ਪ੍ਰਾਰੰਭ ਕੀਤੀ ਹੈ। ਇਹ 966 ਅੰਗ ਤੇ ਤੀਜੀ ਵਾਰ ਹੈ ਰਾਮਕਲੀ ਰਾਗ ਦੀ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ। ਰਾਮਕਲੀ ਦੀ ਤੀਜੀ ਵਾਰ ਹੈ। ਰਾਏ ਬਲਵੰਡ ਨੇ ਜਿਵੇਂ ਆਖੀ, ਤੈਸੇ ਹੀ ਕਹਿੰਦੇ ਸੱਤੇ ਡੂਮ ਨੇ ਵੀ ਕਥਨ ਕੀਤੀ ਹੈ। ਰਾਏ ਇਹਨਾਂ ਨੂੰ ਇੱਕ ਖਿਤਾਬ ਮਿਲਿਆ ਹੋਇਆ ਸੀ। ਜਾਤੀ ਦੇ ਦੋਨੋਂ ਡੂਮ ਭਾਵੇਂ ਮਰਾਸੀ ਸਨ। ਬਲਵੰਡ ਤੇ ਸੱਤਾ ਇਹ ਦੋਨੋਂ ਭਰਾ ਸਨ। ਸੋ ਦੋਹਾਂ ਨੇ ਰਲ ਕੇ ਇਸ ਵਾਰ ਵਿੱਚ ਸਾਹਿਬਾਂ ਦੀ ਉਸਤਤੀ ਕੀਤੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਓਂਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਇੱਕ ਅਦਵੈਤ ਸਰੂਪ ਪਰਮਾਤਮਾ ਸਤਿਗੁਰਾਂ ਦੀ ਕਿਰਪਾ ਦੁਆਰਾ ਜਿਹਦੀ ਪ੍ਰਾਪਤੀ ਹੈ। ਪਹਿਲੇ 4 ਤੁਕਾਂ ਦਾ ਅਰਥ ਦੂਸਰੀ ਪੌੜੀ ਤੋਂ ਕਰਨਾ ਹੈ, 99 ਤੁਕਾਂ ਵੱਲ ਧਿਆਨ ਦੇਣਾ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ। ਇਹ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਦਰਸ਼ਨ ਕੀਤਿਆਂ ਜਨਮਾਂਤਰਾਂ ਦੀ ਜਿਹੜੀ ਪਾਪਾਂ ਰੂਪੀ ਮੈਲ ਕੱਟੀ ਜਾਂਦੀ ਹੈ। ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟਿਆ। ਇਹ ਸਤਿਗੁਰੂ ਜੋ ਆਪ ਜੀ ਨੇ ਫਰਮਾਇਆ ਸੀ ਕਿ 100 ਰੁਪਈਏ ਵਿੱਚ ਗੁਜ਼ਾਰਾ ਕਰ ਲਵੋ, ਉਹ ਸੱਚ ਸੀ। ਅਸੀਂ ਇਹਨਾਂ ਬਚਨਾਂ ਤੋਂ ਕਿਉਂ ਹਟ ਗਏ। ਸੋ ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰਟੀਆ। ਸਾਡੀ ਛੋਟੀ ਭੈਣ ਜੋ ਪੁੱਤਰੀ ਤੁੱਲ ਹੈ, ਉਸ ਦੇ ਨਿਕਾਹ ਵਾਸਤੇ ਅਸੀਂ
ਆਪ ਜੀ ਦੇ ਕੌਲ ਜਿਹੜੇ ਹੁੰਦੇ ਨੇ ਬਚਨ ਨੂੰ ਨਾ ਮੰਨਿਆ। ਇਸੀ ਤੇ ਆਪ ਜੀ ਨੇ ਕੰਨ ਮੁਰਟੀਆ ਮੋਢਾ, ਕੰਨ ਹੁੰਦਾ ਭਾਰਾ ਕਰਕੇ ਬੋਲਣਾ, ਹਲੰਤ ਲੱਗੀ ਥੱਲੇ ਕੰਨ ਕੰਧਾ, ਕੰਧੇ ਤੋਂ ਭਾਵ ਹੈ ਮੋਢਾ, ਮੁਰਟੀਆ ਮੋੜਾ, ਮੋਢਾ ਜਿਹੜਾ ਮੋੜ ਕੇ ਅਰਥਾਤ ਸਰਾਪ ਦੇ ਕੇ ਸਾਨੂੰ ਪੀਰਹੋ ਵਾਲੇ ਕਰ ਪੀੜਤ ਕਰ ਦਿੱਤਾ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰਹੋ ਕੰਨ ਮੁਰਟੀਆ, ਦਿਲ ਖੋਟਾ ਆਕੀ ਫਿਰਨ ਬੰਨ ਭਾਰ, ਉਚਾਇਨ ਛੱਟੀ ਹੈ। ਸੋ ਇਹਦੇ ਥੱਲੇ ਸਾਧ ਸੰਗ ਫਿਰਨ ਹਲੰਤ ਲੱਗੀ ਹੋਈ ਹੈ, ਬੰਨ ਇੱਕ ਹਲੰਤ ਫੇਰ ਲੱਗੀ ਹੈ, ਉਚਾਇਨ ਫੇਰ ਹਲੰਤ ਲੱਗੀ ਹੈ, ਕੰਨ ਉਹਦੇ ਥੱਲੇ ਵੀ ਹਲੰਤ ਹੈ। ਇਹ ਥੋੜ੍ਹਾ ਥੋੜ੍ਹਾ ਭਾਰਾ ਕਰਕੇ ਬੋਲਣਾ। ਕਹਿੰਦੇ ਅਸੀਂ ਦਿਲ ਦੇ ਖੋਟੇ ਇਸ ਕਰਕੇ ਆਕੜੇ ਫਿਰਦੇ ਰਹੇ ਕਿ ਹੰਕਾਰ ਰੂਪੀ ਛੱਟ ਦੇ ਭਾਰ ਨੂੰ ਬੰਨ੍ਹ ਕੇ ਚੁੱਕੀ ਫਿਰਦੇ ਰਹੇ ਕਿ ਗੁਰੂ ਬਣਾਉਣਾ ਸਾਡੇ ਇਖਤਿਆਰ ਹੈ। ਜਿਸ ਸੋਢੀ ਦੇ ਅੱਗੇ ਕੀਰਤਨ ਕਰਾਂਗੇ ਉਸੇ ਨੂੰ ਗੁਰੂ ਬਣਾ ਲਵਾਂਗੇ। ਸੋ ਇਤਿਆਦਿਕ ਪਿਛਲੀਆਂ ਭੁੱਲਾਂ ਮਾफ़ ਕਰੋ ਅਤੇ ਅੱਗੋਂ ਸਮੱਤੀ ਬਖਸ਼ੋ। ਗੁਰੂ ਸਾਹਿਬ ਜੀ ਨੇ ਕਿਹਾ, ਇਹ ਜਿਸ ਜੀਭਾਂ ਨਾਲ ਤੁਸਾਂ ਨੇ ਗੁਰੂ ਦੀ ਨਿੰਦਿਆ ਕੀਤੀ ਹੈ ਉਸੇ ਨਾਲ ਉਸਤਤੀ ਕਰੋ। ਤੁਸਾਂ ਨੇ ਕਿਹਾ ਹੁਣ ਸਾਡੀ ਜ਼ਬਾਨ ਵਿੱਚ ਕੋਈ ਤਾਕਤ ਨਹੀਂ, ਆਪ ਕਿਰਪਾ ਕਰੋ ਤਾਂ ਭਾਵੇਂ ਹੋ ਜਾਵੇ। ਉਸ ਵੇਲੇ ਗੁਰੂ ਜੀ ਨੇ ਕਲਮ ਲੈ ਕੇ ਉਹਨਾਂ ਦੀ ਡੂਮਾਂ ਦੀ ਜੀਭ ਦੇ ਉੱਤੇ ਫੇਰੀ, ਤਦ ਉਹਨਾਂ ਨੇ 8 ਪੌੜੀਆਂ ਵਿੱਚ ਗੁਰੂ ਸਾਹਿਬ ਦੀ ਉਸਤਤੀ ਕੀਤੀ। ਪਹਿਲੀਆਂ 4 ਪੌੜੀਆਂ ਵਿੱਚ ਤਾਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਦੀ ਰਲਵੀਂ ਸਿਫਤ ਹੈ। 5ਵੀਂ ਪੌੜੀ ਵਿੱਚ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿਫਤ ਕੀਤੀ ਹੈ। 6ਵੀਂ ਪੌੜੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫਤ ਕੀਤੀ ਹੈ। 7ਵੀਂ ਪੌੜੀ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਿਫਤ ਕੀਤੀ ਹੈ। 8ਵੀਂ ਪੌੜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਉਸਤਤੀ ਦੇ ਵਾਕ ਕਹੇ ਨੇ। ਹੁਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਦੀ ਉਸਤਤੀ 4 ਪੌੜੀਆਂ ਵਿੱਚ ਕਥਨ ਕਰਦੇ ਹਨ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਹੁਣ ਪ੍ਰਸੰਗ ਜੋ ਹੈ ਕੱਲ੍ਹ ਨੂੰ ਸਰਵਣ ਕਰਾਂਗੇ। ਅੱਗੇ ਜਿੱਥੋਂ ਇਹ ਵਾਰ ਸ਼ੁਰੂ ਹੋਏਗੀ ਤੋ ਇਹ ਜਿਹੜੀ ਹੈ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਇੱਥੋਂ ਸ਼ੁਰੂ ਹੋਏਗੀ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀਮ ਦਾ। ਜੋਖੀਮ ਦਾ ਪਾਠ ਇਕੱਠਾ ਹੈ, ਇਹਦੇ ਬਾਰੇ ਵੀ ਕੱਲ੍ਹ ਹੀ ਵਿਚਾਰ ਕਰਾਂਗੇ ਆਪਾਂ। ਪਿਆਰ ਸਤਿਕਾਰ ਨਾਲ ਆਪਣੇ ਸਰਵਣ ਕੀਤਾ। ਕੱਲ੍ਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਸੋ ਸਾਧ ਸੰਗਤ ਇਹ ਕਥਾ ਲੜੀਵਾਰ ਕਥਾ ਜਿਹੜੀ ਹੋਈ ਸੀ ਆਪਣੀ, ਉਹਦੇ ਵਿੱਚੋਂ ਇਹ ਸੱਤੇ ਬਲਵੰਡੇ ਦੀ ਵਾਰ 'ਤੇ ਕਈ ਸ਼ਬਦ ਜਿਹੜੇ ਨੇ ਉਹ ਕਿਸੇ ਕਾਰਨ ਕਰਕੇ ਵਿੱਚੋਂ ਰਹਿ ਗਏ ਸੀ। ਰਿਕਾਰਡਿੰਗ ਸਮੇਂ ਜਾਂ ਕੋਈ ਜੰਪ ਕਰ ਜਾਂਦੀ ਮਸ਼ੀਨ ਤਾਂ ਕਈ ਸ਼ਬਦ ਰਹਿ ਜਾਂਦੇ ਨੇ। ਇਸ ਕਰਕੇ ਉਹ ਜਿੰਨੇ ਵੀ ਹੈਗੇ 10, 20, 30 ਸ਼ਬਦ ਉਹ ਸਾਰੇ ਦੁਬਾਰਾ ਇਹ ਰਿਕਾਰਡਿੰਗ ਹੋ ਰਹੀ ਆ। ਤਾਂ ਇਹ ਜਿਹੜੀ ਸੱਤੇ ਬਲਵੰਡੇ ਦੀ ਵਾਰ ਸਾਰੀ ਨਹੀਂ ਹੋਈ, ਉੱਥੇ ਰਿਕਾਰਡਿੰਗ ਨਹੀਂ ਹੋਈ। ਪਿੱਛੋਂ ਤਾਂ ਰਿਕਾਰਡਿੰਗ ਹੋਈ ਆ USA 'ਚ, ਪਰ ਅੱਗੇ ਪਤਾ ਨਹੀਂ ਪਹੁੰਚੀ ਸੰਗਤਾਂ ਤੱਕ। ਇਸ ਕਰਕੇ ਸੰਗਤਾਂ ਦੀ ਕਾਫੀ ਦੇਰ ਤੋਂ ਇਹ ਡਿਮਾਂਡ ਸੀ, ਬੜੀ ਮੰਗ ਸੀ, ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਕੱਲ੍ਹ ਨੂੰ ਫਿਰ ਅੱਗੇ ਸਰਵਣ ਕਰਾਂਗੇ। ਪਿਆਰ ਸਤਿਕਾਰ ਨਾਲ ਸਰਬਾ ਸੰਗਤਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।